ਬਿਆਨ ਆਉਂਦਾ ਹਰਪਾਲ ਚੀਮਾ ਹੋਣਾ ਦਾ, ਕਹਿੰਦੇ ਕਿ ਵਾਰੰਟ ਜਿਹੜੇ ਜਾਰੀ ਕਰਕੇ ਗਈ ਹੈ ਸਰਕਾਰ, ਚੰਨੀ ਸਰਕਾਰ ਸੀ ਔਰ ਕਰੋੜਾਂ ਰੁਪਏ ਦਾ ਗਬਨ ਸਰਕਾਰ ਦੌਰਾਨ ਹੋਇਆ। ਤੁਹਾਡੇ ਤੇ ਵੀ ਐਲੀਗੇਸ਼ਨ। ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਤੁਹਾਡੇ ਕੋਲ ਡਿਪਾਰਟਮੈਂਟ ਆ, ਤੁਹਾਡੇ ਕੋਲ ਵਿਜੀਲੈਂਸ ਆ, ਪਰਚਾ ਰਜਿਸਟਰ ਕਰਕੇ ਉਹਦੇ ਬਾਅਦ ਗੱਲ ਕਰਾਂਗੇ। ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ 16 ਨੂੰ ਸਹੁੰ ਚੁੱਕੀ ਤੇ 10 ਦਿਨਾਂ 'ਚ ਤੁਸੀਂ 75 ਕਰੋੜ ਇਕੱਠਾ ਕਰ ਲਿਆ। ਇਹੋ ਜਿਹੀਆਂ ਗੱਲਾਂ ਕਰਨੀਆਂ ਔਰ ਲੋਕਾਂ ਨੂੰ ਗੁੰਮਰਾਹ ਕਰਨਾ, ਇਹ ਬੜੀ ਮੰਦਭਾਗੀ ਗੱਲ ਹੈ। ਮੇਰੀ ਸਰਕਾਰ ਦਾ ਹੀ ਆ ਜਿਹੜਾ 75 ਕਰੋੜ ਹੈ ਕਿ 70 ਲੱਖ ਤੋਂ ਪਿਛਲੇ ਸਾਲ 70 ਲੱਖ ਸੀ, ਜਿਹੜਾ ਉਹਦੇ ਤੋਂ ਪਿਛਲੇ ਸਾਲ 2021 ਦਾ 21-22 'ਚ ਉਹਨੂੰ 75 ਕਰੋੜ ਤੇ ਹੀ ਲੈ ਕੇ। ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਜਿਹੜੀ ਕੱਲ੍ਹ ਕਰਾਉਣੀ ਆ ਉਹ ਅੱਜ ਇਨਕੁਆਇਰੀ ਕਰਾਓ ਅਤੇ ਸੁਖਜਿੰਦਰ ਸਿੰਘ ਰੰਧਾਵਾ ਭੱਜੇਗਾ ਨਹੀਂ। ਮੈਂ ਇਹਨਾਂ ਨੂੰ ਕਹਿੰਦਾ ਕਿ ਗੱਲਾਂ ਕਰਨ ਦੀ ਬਜਾਏ ਮੈਨੂੰ ਅਰੈਸਟ ਕਰੋ ਅਤੇ ਉਹਦੇ ਬਾਅਦ FIR ਕਰੋ। ਜਿਹੜੀ ਹੁਣੇ ਇਹਨਾਂ ਦੀ ਜਾਣਕਾਰੀ ਲਈ ਇਹ ਵੀ ਕੱਲ੍ਹ ਨੂੰ ਕਹਿਣਗੇ, ਮੈਂ ਅੱਜ ਹੀ ਕਹਿ ਦਿੰਦਾ। ਮੈਂ ਆ ਕੈਮਰੇ ਦੇ ਵਿੱਚ ਚੀਮਾ ਸਾਹਿਬ ਡਾਕੂਮੈਂਟਸ ਦੇਖ ਲਿਆ ਕਰੋ ਔਰ ਕਿਸੇ ਤੇ ਐਲੀਗੇਸ਼ਨ ਲਾਉਣ ਤੋਂ ਪਹਿਲਾਂ ਆਪਣੀ ਪੀੜੀ ਥੱਲੇ ਜ਼ਰੂਰ ਸੋਟਾ ਫੇਰ ਲਿਓ। ਪੰਜਾਬ ਦੀ ਰਾਜਨੀਤੀ 'ਚ ਨਵੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ। ਨਵੀਂ ਸਰਕਾਰ ਬਣੀ, ਬਹੁਤ ਆਸਾਂ ਉਮੀਦਾਂ ਨਾਲ ਸਰਕਾਰ ਚੁਣੀ ਲੋਕਾਂ ਨੇ, ਔਰ ਇਸੇ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਉੱਪਰ ਪਰਚੇ ਦਰਜ ਹੋਏ, ਵਾਰੰਟ ਕਿਸਾਨਾਂ ਦੇ ਜਾਰੀ ਹੋਏ, ਉਸ ਤੋਂ ਬਾਅਦ ਹਰਪਾਲ ਚੀਮਾ ਹੋਣਾ ਦਾ ਬਿਆਨ ਆਉਂਦਾ। ਉਹ ਕਹਿੰਦੇ ਕਿ ਪਿਛਲੀ ਸਰਕਾਰ ਕਿਸਾਨਾਂ ਦੇ ਲਈ ਗ੍ਰਿਫਤਾਰੀ ਵਾਰੰਟ ਜਾਰੀ ਕਰਕੇ ਗਈ ਹੈ, ਗਰਾਊਂਡ ਬਣਾ ਕੇ ਗਈ ਸੀ। ਗ੍ਰਿਫਤਾਰੀ ਵੀ ਕਈ ਕਿਸਾਨਾਂ ਦੀ ਹੋਈ। ਇਸ ਮਸਲੇ ਤੇ ਵੀ ਗੱਲ ਕਰਾਂਗੇ। ਨਵੇਂ ਪ੍ਰਧਾਨ ਬਣੇ ਆ ਕਾਂਗਰਸ ਦੇ, ਇਸ ਮਸਲੇ ਤੇ ਵੀ ਗੱਲ ਕਰਾਂਗੇ। ਨਵਜੋਤ ਸਿੰਘ ਸਿੱਧੂ ਹੋਣਾ ਸਮੇਤ ਹਰ ਮਸਲੇ ਤੇ ਖੁੱਲ੍ਹ ਕੇ ਗੱਲ ਕਰਾਂਗੇ। ਸਾਡੇ ਨਾਲ ਸੁਖਜਿੰਦਰ ਸਿੰਘ ਰੰਧਾਵਾ ਨੇ, ਸਾਬਕਾ ਹੋਮ ਮਿਨਿਸਟਰ ਨੇ, ਗੱਲਬਾਤ ਕਰਦੇ। ਰੰਧਾਵਾ ਸਾਹਿਬ, ਬਹੁਤ ਬਹੁਤ ਸਵਾਗਤ ਹੈ ਪ੍ਰੋ ਪੰਜਾਬ। ਮਿਹਰਬਾਨੀ। ਰੰਧਾਵਾ ਸਾਹਿਬ, ਕਿਸ ਤਰ੍ਹਾਂ ਦੇਖਦੇ ਹੋ? ਪਹਿਲਾਂ ਤਾਂ ਮੈਂ ਕਮੈਂਟ ਇਸੇ ਤੇ ਲੈਣਾ ਚਾਹੂੰਗਾ ਕਿਉਂਕਿ ਤੁਸੀਂ ਕਾਰਪੋਰੇਸ਼ਨ ਔਰ ਸਹਿਕਾਰਤਾ ਮੰਤਰੀ ਸੀਗੇ। ਕਿਸ ਤਰੀਕੇ ਨਾਲ ਦੇਖਦੇ ਹੋ ਉਹਨਾਂ ਦਾ ਬਿਆਨ ਆਉਂਦਾ ਹਰਪਾਲ ਚੀਮਾ ਹੋਣਾ ਦਾ, ਕਹਿੰਦੇ ਕਿ ਵਾਰੰਟ ਜਿਹੜੇ ਜਾਰੀ ਕਰਕੇ ਗਈ ਹੈ ਸਰਕਾਰ, ਚੰਨੀ ਸਰਕਾਰ ਸੀ ਔਰ ਕਰੋੜਾਂ ਰੁਪਏ ਦਾ ਗਬਨ ਸਰਕਾਰ ਦੌਰਾਨ ਹੋਇਆ। ਤੁਹਾਡੇ ਤੇ ਵੀ ਐਲੀਗੇਸ਼ਨ। ਮੈਂ ਇੱਕ ਚੀਜ਼ ਤੇ ਵੀ ਤੁਹਾਨੂੰ ਕਰ ਦੇਣੀ ਚਾਹੁੰਦਾ, ਸਪਸ਼ਟ ਕਰ ਦੇਣੀ ਚਾਹੁੰਦਾ ਕਿ ਜਿਹੜਾ ਇਹ ਗੱਲ ਕਹਿਣੀ ਕਿ ਪਿਛਲੀ ਸਰਕਾਰ ਵੇਲੇ ਤੁਸੀਂ ਸਾਰੇ ਇਸ ਵਿੱਚ ਹੀ ਸੀ। ਚੀਮਾ ਸਾਹਿਬ ਆਪ LOP ਸੀਗੇ, ਲੀਡਰ ਆਫ ਓਪੋਜੀਸ਼ਨ ਸੀਗੇ, ਅਤੇ ਉਹਨਾਂ ਨੂੰ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਪੁੱਛਣੀ ਚਾਹੁੰਦਾ ਕਿ ਉਹ ਉਦੋਂ ਵਿਧਾਨ ਸਭਾ 'ਚ ਕਿਉਂ ਨਹੀਂ ਬੋਲੇ ਕਦੀ? ਕਿ 3 ਮਹੀਨੇ ਪਹਿਲਾਂ ਸਾਡਾ ਸੈਸ਼ਨ ਵੀ ਹੋਇਆ ਸੀ ਕਿ ਜਦੋਂ ਚੰਨੀ ਸਾਹਿਬ ਚੀਫ ਮਿਨਿਸਟਰ ਸੀ, ਅਤੇ ਉੱਥੇ ਕਹਿੰਦੇ ਵੀ ਤੁਸੀਂ ਵਾਰੰਟ ਇਸ਼ੂ ਕਰ ਰਹੇ ਹੋ ਜਾਂ ਕੋਈ ਗ੍ਰਿਫਤਾਰੀਆਂ ਕਰ ਰਹੇ ਹੋ, ਅਤੇ ਫਿਰ ਤਾਂ ਉਹਨਾਂ ਦਾ ਕਹਿਣਾ ਬਣਦਾ ਸੀ। ਔਰ ਨਾਲ ਹੀ ਇੱਕ ਚੀਜ਼ ਮੈਂ ਹੋਰ ਦੱਸ ਦੇਣੀ ਚਾਹੁੰਦਾ ਕਿ ਹਾਂ, ਅਰੈਸਟ ਕੀਤੇ ਸੀ ਜਿਹੜੇ ਬਿਗ ਡਿਫਾਲਟਰ, ਜਿਨ੍ਹਾਂ ਨੇ ਬਿਲਕੁਲ ਬੈਂਕ ਖਾਲੇ ਸੀ, ਉਹਨਾਂ ਬੰਦਿਆਂ ਨੂੰ ਕੋਲਿਆਂ ਵਾਲੀ ਸਾਹਿਬ ਚਲੋ ਹੁਣ ਇਸ ਦੁਨੀਆ 'ਚ ਨਹੀਂ ਰਹੇ, ਜਾਂ ਹੋਰ ਜਿਹੜੇ ਸੀ 50 ਡਿਫਾਲਟਰ ਸੀਗੇ ਪੰਜਾਬ ਦੇ ਉਸ ਟਾਈਮ ਦੇ, ਉਹਨਾਂ ਦੇ ਉੱਤੇ ਜਿਹੜਾ ਸਕੰਜਾ ਕੱਸਿਆ ਔਰ ਉਹ ਪੈਸੇ ਜਮ੍ਹਾਂ ਕਰਵਾਏ ਗਏ। ਉਹਦੇ ਬਾਅਦ ਕਦੀ ਵੀ ਕਿਸੇ ਪ੍ਰੈਸ ਵਾਲੇ ਨੇ ਜਾਂ ਕਿਸੇ ਹੋਰ ਨੇ ਕਦੀ ਵੀ ਕਦੇ ਇਹੋ ਜਿਹੀ ਚੀਜ਼ ਨਹੀਂ ਸੀ ਆਈ, ਅਤੇ 2000 ਵਾਰੰਟ ਨਿਕਲਣਾ ਇਹਦੇ ਇਹੋ ਜਵਾਬ ਦੇਣਗੇ। ਅਤੇ ਮੈਨੂੰ ਬੜੀ ਹੈਰਾਨਗੀ ਦੀ ਗੱਲ ਹੈ ਕਿ ਟ੍ਰਿਬਿਊਨ ਦੇ ਵਿੱਚ ਸੰਗਰੂਰ ਤੋਂ ਸਟੇਟਮੈਂਟ ਵੀ ਲੱਗੀ ਆ ਕਿ ਜਿਹੜੀ ਕਿ ਪਿਛਲੀ ਸਰਕਾਰ 'ਚ ਜਿਹੜੀ ਸੀਗੀ ਉਹ ਸ਼ਾਇਦ ਉਹਨਾਂ ਨੇ ਕਿਹਾ, ਜਿਹੜਾ ਬੋਲਦਿਆਂ ਕਿਹਾ ਕਿ ਉਹਨਾਂ ਦੇ ਟਾਈਮ ਦੇ ਵਿੱਚ ਜਿਹੜੀਆਂ ਨੇ ਕਿ ਵਧੀਆ ਕੰਮ ਜਾਂ ਕਰਪਸ਼ਨ ਦਾ ਕਹਿ ਲਓ। ਅਤੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਤੁਹਾਡੇ ਕੋਲ ਡਿਪਾਰਟਮੈਂਟ ਆ, ਤੁਹਾਡੇ ਕੋਲ ਵਿਜੀਲੈਂਸ ਆ, ਪਰਚਾ ਰਜਿਸਟਰ ਕਰਕੇ ਉਹਦੇ ਬਾਅਦ ਗੱਲ ਕਰਾਂਗੇ। ਦੂਸਰੀ ਚੀਜ਼ ਮੈਂ ਉਹਨਾਂ ਨੂੰ ਇੱਕ ਉਹਨਾਂ ਦੀ ਜਾਣਕਾਰੀ 'ਚ ਦੱਸ ਦੇਣਾ ਚਾਹੁੰਦੇ, ਜਿਹੜੇ ਉਹ ਕਹਿੰਦੇ ਕਿ ਸਾਨੂੰ ਰਿਜ਼ਲਟ ਆਉਣੇ ਠੀਕ ਹੋ ਗਏ ਨੇ। ਮੈਂ 2018 'ਚ ਮਿਨਿਸਟਰ ਬਣਿਆ ਸੀ, ਅਤੇ ਉਸ ਵੇਲੇ ਦਾ ਜਿਹੜਾ CCB ਦਾ 18-19 ਦਾ ਸੀਗਾ, ਅਸੀਂ 18 ਕਰੋੜ ਦੇ ਲੋਸ 'ਤੇ ਸੀਗੇ। 19-20 'ਚ ਜਦੋਂ ਕਰਜ਼ਾ ਮਾਫੀ ਆ ਗਈ, ਉਹਦੇ 'ਚ ਆਪਾਂ 31 ਕਰੋੜ 'ਤੇ ਪਹੁੰਚ ਗਏ, ਅਤੇ ਫਿਰ 20-21 'ਚ ਜਿਹੜੀਆਂ ਪੋਲਿਸੀਜ਼ ਫਿਰ ਚੇਂਜ ਕੀਤੀਆਂ, ਉਹਨਾਂ ਨੂੰ ਜਿਹੜਾ ਐਕਸਪੀਡਾਈਟ ਕੀਤਾ ਕਿ ਜਾ ਕੇ ਕਰੋ ਜਿਹੜੀਆਂ ਰਿਕਵਰੀਆਂ ਜਾਂ ਜੋ ਕਿ ਲੋਨ ਨੇ ਇਹਨਾਂ ਦੇ ਜਿਹੜਾ ਰੇਸ਼ੋ ਵਧਾਓ, ਕਿ ਸਾਡੇ ਜਿਹੜੇ ਕੋਈ ਰਿਫੰਡ ਲੈਣ ਵਾਲੇ ਨੇ ਇਨਕਮ ਟੈਕਸ ਦੇ ਉਹ ਲੈ ਕੇ ਆਓ। ਉਦੋਂ ਫਿਰ ਅਸੀਂ 2021 'ਚ 70 ਲੱਖ ਰੁਪਈਆ ਜਿਹੜਾ ਪ੍ਰੋਫਿਟ 'ਚ ਆਏ, ਔਰ ਉਹਦੇ ਬਾਅਦ 21-22 'ਚ ਜਿਹੜਾ ਹੈਗਾ 21-22 ਮਾਰਚ, ਉਹਦੇ 'ਚ 75 ਕਰੋੜ 76 ਲੱਖ ਰੁਪਈਆ ਬੈਂਕ ਜਿਹੜਾ ਖੜਾ ਹੋ ਗਿਆ। ਅਤੇ ਮੈਂ ਇਹਨਾਂ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ 16 ਨੂੰ ਸਹੁੰ ਚੁੱਕੀ ਅਤੇ 10 ਦਿਨਾਂ 'ਚ ਤੁਸੀਂ 75 ਕਰੋੜ ਇਕੱਠਾ ਕਰ ਲਿਆ। ਇਹੋ ਜਿਹੀਆਂ ਗੱਲਾਂ ਕਰਨੀਆਂ ਔਰ ਲੋਕਾਂ ਨੂੰ ਗੁੰਮਰਾਹ ਕਰਨਾ, ਇਹ ਬੜੀ
ਇਹ ਮੰਦਭਾਗੀ ਗੱਲ ਹੈ। ਤੁਹਾਡੀ ਸਰਕਾਰ ਕਿੰਨੇ ਪ੍ਰੋਫਿਟ ਛੱਡ ਕੇ ਗਈ, ਤੁਸੀਂ ਜ਼ਿਕਰ ਕਰ ਰਹੇ ਹੋ? 75 ਕਰੋੜ ਦਾ ਮੇਰੀ ਸਰਕਾਰ ਦਾ ਹੀ ਆ ਜਿਹੜਾ 75 ਕਰੋੜ ਹੈ ਕਿ 70 ਲੱਖ ਤੋਂ ਪਿਛਲੇ ਸਾਲ 70 ਲੱਖ ਸੀ ਜਿਹੜਾ, ਉਹਦੇ ਤੋਂ ਪਿਛਲੇ ਸਾਲ 2021 ਦਾ 21-22 'ਚ ਉਹਨੂੰ 75 ਕਰੋੜ ਤੋਂ ਹੀ ਲੈ ਕੇ, ਕਿਉਂਕਿ ਜਿਹੜੀਆਂ ਵਿੱਚੋਂ ਕੋਈ ਰਿਫੰਡ ਲੈਣ ਵਾਲੇ ਸੀ, ਕੋਈ ਹੋਰ ਇਨਕਮ ਟੈਕਸ ਦੀਆਂ ਚੀਜ਼ਾਂ ਲੈਣ ਵਾਲੇ ਸੀ, ਜੋ ਆਪਣੇ ਖਰਚੇ ਘਟਾਉਣ ਵਾਲੇ ਸੀ, ਉਹ ਸਾਰੇ 2-3 ਸਾਲ 'ਚ ਜਿਹੜੇ ਬਾਦਲਾਂ ਦੇ ਟਾਈਮ ਦੇ ਜੋ ਰਹਿ ਗਈਆਂ ਤਾਈਆਂ ਰਹਿ ਗਈਆਂ। ਔਰ ਮੈਂ ਇੱਕ ਚੀਜ਼ ਹੋਰ ਚੀਮਾ ਸਾਹਿਬ ਨੂੰ ਦੱਸ ਦੇਣਾ ਚਾਹੁੰਦਾ ਕਿ ਇਹ 10 ਸਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੋਲ ਔਰ 1 ਸਾਲ ਕੈਪਟਨ ਕੋਲ ਮਹਿਕਮਾ ਰਿਹਾ, ਜਿਹਦੇ 'ਚ ਮਹਿਕਮੇ ਨੂੰ ਮੁੜ ਕੇ ਦੁਬਾਰਾ ਪੈਰਾਂ 'ਤੇ ਖੜਾ ਕਰਨ 'ਚ ਮਹਿਕਮੇ ਨੇ ਬੜਾ ਵੱਡਾ ਔਰ ਉਸ ਟਾਈਮ ਦੇ ਆਫੀਸਰਸ ਨੇ ਬਹੁਤ ਵੱਡਾ ਰੋਲ ਪਲੇ ਕੀਤਾ, ਜਿਹੜੇ ਮੇਰੇ ਨਾਲ ਕੰਮ ਕਰਦੇ ਰਹੇ। ਉਹਨਾਂ ਦਾ ਵੀ ਆਪਾਂ ਕਹਾਂਗੇ ਕਿ ਜਿਨ੍ਹਾਂ ਨੇ ਫੀਲਡ 'ਚ ਰਹਿ ਕੇ ਜਾਂ ਛੋਟੇ ਤੋਂ ਛੋਟੇ ਮੁਲਾਜ਼ਮ ਨੇ ਵੀ ਆਪਣੇ ਇਸ ਬੈਂਕ ਨੂੰ ਖੜਾ ਕਰਨ ਦੀ ਕੋਸ਼ਿਸ਼ ਕੀਤੀ। ਤੇ ਜਿਹੜੀ ਲੈਂਡ ਮੌਰਗੇਜ ਬੈਂਕ, ਸਟੇਟ ਐਗਰੀਕਲਚਰ ਲੈਂਡ ਡਿਵੈਲਪਮੈਂਟ ਬੈਂਕ, ਜਿਹੜਾ PADB ਜਾਂ ਪੰਜਾਬ ਐਗਰੀਕਲਚਰ ਲੈਂਡ ਡਿਵੈਲਪਮੈਂਟ ਬੈਂਕ ਜਿਹੜੇ ਥੱਲੜੇ ਹੁੰਦੇ ਆ, ਉਹਨਾਂ ਦੇ ਵਿੱਚ ਜਿਹੜੇ ਵਾਰੰਟ ਇਸ਼ੂ ਹੋਣੇ ਜਾਂ ਹੋਰ ਕੋਈ ਚੀਜ਼ਾਂ ਹੋਣੀਆਂ, ਇਹਨਾਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਜਿਸ ਦਿਨ ਮੈਂ ਟੇਕ ਓਵਰ ਕੀਤਾ ਸੀ ਉਸ ਦਿਨ ਇਹ ਟੋਟਲ ਜਿਹੜੀਆਂ ਬ੍ਰਾਂਚਾਂ ਸੀਗੀਆਂ D ਕੈਟਾਗਰੀ ਸੀਗੇ, ਲੋਨ ਨਹੀਂ ਸੀ ਕਰ ਸਕਦੀਆਂ। ਮੈਂ ਨਬਾਰਡ ਵਾਲਿਆਂ ਨਾਲ ਗੱਲ ਕਰਕੇ ਜਾਂ ਹੋਰਾਂ ਨਾਲ ਕਰਕੇ ਔਰ ਉਹਦੇ 'ਚੋਂ ਕੋਈ 700 ਕਰੋੜ ਰੁਪਈਆ ਸਾਨੂੰ ਨਬਾਰਡ ਨੇ ਉਸ ਵੇਲੇ ਘੱਟ ਇੰਟਰਸਟ 'ਤੇ ਲੋਨ ਦਿੱਤਾ, ਜਿਹੜਾ ਅੱਜ ਇਹ ਦੱਸ ਰਹੇ ਨੇ ਕਿ ਇਹਨਾਂ ਨੂੰ ਮੈਂ ਜਾਣਕਾਰੀ ਨਾਲ ਦੱਸਦਾ ਕਿ ਜਨਾਬ ਇਹ ਜਾ ਕੇ ਚਨੀਥਲਾ ਸਾਡੇ ਜਿਹੜੇ ਨਬਾਰਡ ਦੇ ਚੇਅਰਮੈਨ ਨੇ, ਉਹਨਾਂ ਨੇ ਇਹ ਲੋਨ ਪਾਸ ਕੀਤਾ 1 ਸਾਲ ਪਹਿਲਾਂ। ਔਰ ਅਸੀਂ ਕੋਈ 15 ਜਾਂ 30 ਕਰੋੜ ਦੀ, ਹੁਣ ਮੈਨੂੰ ਐਗਜ਼ੈਕਟ ਫਿਗਰ ਯਾਦ ਨਹੀਂ ਗੀ, ਅਸੀਂ ਆਪਣਾ ਇੰਟਰਸਟ ਵੀ ਬਚਾਉਣ ਲੱਗ ਪਏ, ਕਿਉਂਕਿ ਬੈਂਕਾਂ ਤੋਂ ਜਿਹੜਾ ਬਾਹਰੋਂ ਜ਼ਿਆਦਾ ਇੰਟਰਸਟ ਦੇ ਲੋਨ ਲਿਆ ਸੀ ਉਹਨਾਂ ਨੂੰ ਵਾਪਸ ਕਰਕੇ ਇਹ ਅਸੀਂ ਉਹਦੇ 'ਚੋਂ ਸੇਵਿੰਗ ਕੀਤੀ। ਅਤੇ ਉਹਦੇ ਬਾਅਦ ਕੋਈ 87 ਦੇ ਵਿੱਚੋਂ 50 ਕੁ ਕੋਈ ਬ੍ਰਾਂਚਾਂ ਜਿਹੜੀਆਂ ਨੇ C ਕੈਟਾਗਰੀ 'ਚ ਆ ਕੇ ਉਹ ਫਾਈਨਾਂਸ ਕਰਨ ਲੱਗ ਪੈਣ। ਉਸ ਕਰਕੇ ਇਹ ਜਿਹੜੀਆਂ ਗੱਲਾਂ ਨੇ ਇਹ ਥੋੜ੍ਹੇ ਜਿਹੇ ਕਾਗਜ਼ੀ ਪੱਤਰੀ ਜਿਹੜੇ ਡਾਕੂਮੈਂਟਰੀ ਪ੍ਰੂਫ ਆ ਉਹਨਾਂ 'ਤੇ ਝੂਠ ਨਹੀਂ ਬੋਲਿਆ ਜਾਂਦਾ। ਅਤੇ ਜੇ ਉੱਦਾਂ ਕੋਈ ਗੱਲ ਕਰ ਜਾਣੀ ਉਹਦੇ 'ਤੇ ਜੋ ਮਰਜ਼ੀ ਆਪਾਂ ਕਰ ਜਾਈਏ, ਉਹ 'ਤੇ ਇਹਨੂੰ ਆਪਾਂ ਰੋਕ ਨਹੀਂ ਸਕਦੇ। ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਜਿਹੜੀ ਗੱਲ ਕਰਾਉਣੀ ਆ ਉਹ ਅੱਜ ਇਨਕੁਆਇਰੀ ਕਰਾਉਣ, ਅਤੇ ਸੁਖਜਿੰਦਰ ਸਿੰਘ ਰੰਧਾਵਾ ਭੱਜੇਗਾ ਨਹੀਂ। ਇਹਨਾਂ ਕੋਲੋਂ ਮੈਂ ਦੇਸ਼ ਭਗਤੀ ਨਹੀਂ ਸਿੱਖਣੀ, ਇਹਨਾਂ ਕੋਲੋਂ ਮੈਂ ਓਨੈਸਟੀ ਨਹੀਂ ਸਿੱਖਣੀ। ਮੇਰੇ ਫਾਦਰ 69 'ਚ ਆਏ ਨੇ ਅਤੇ ਸੁਖਜਿੰਦਰ ਸਿੰਘ ਰੰਧਾਵਾ ਅੱਜ ਵੀ ਆਪਣੇ ਘਰ, ਆਪਣੇ ਬਾਪ ਦੇ ਘਰ ਜਿਹੜਾ ਉੱਥੇ ਧਾਰਵਾਲੀ ਪਿੰਡ 'ਚ, ਉੱਥੋਂ ਆ। ਅਤੇ ਮੈਂ ਇਹਨਾਂ ਨੂੰ ਕਹਿੰਦਾ ਕਿ ਗੱਲਾਂ ਕਰਨ ਦੀ ਬਜਾਏ ਮੈਨੂੰ ਅਰੈਸਟ ਕਰੋ ਅਤੇ ਉਹਦੇ ਬਾਅਦ FIR ਕਰੋ। ਰੰਧਾਵਾ ਸਾਹਿਬ, ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਮੁੱਖ ਮੰਤਰੀ ਹੋਣਾ ਵੱਲੋਂ ਇੱਕ ਪੋਸਟਰ ਜਾਰੀ ਕੀਤਾ ਜਾਂਦਾ, ਉਹ ਕਹਿੰਦੇ ਕਿ 3 ਲੱਖ ਕਰੋੜ ਰੁਪਏ ਦਾ ਕਰਜ਼ਾ ਜਿਹੜਾ ਸਰਕਾਰਾਂ ਪਿਛਲੀਆਂ ਚਾੜ ਕੇ ਗਈਆਂ ਨੇ, ਉਸ ਦੇ ਵਿੱਚ ਤੁਹਾਡੀ ਸਰਕਾਰ ਵੀ ਹੈ, ਉਸ ਦੇ ਵਿੱਚ ਬਾਦਲਾਂ ਦੀ ਸਰਕਾਰ ਵੀ ਹੈ। ਉਹ ਕਹਿੰਦੇ ਕਿ ਰਿਕਵਰੀ ਕਰਾਂਗੇ ਅਸੀਂ, ਜਾਂਚ ਹੋਏਗੀ ਔਰ ਜਿਹੜਾ ਵੀ ਦੋਸ਼ੀ ਹੋਇਆ ਉਸ 'ਤੇ ਐਕਸ਼ਨ ਹੋਏਗਾ ਅਤੇ ਰਿਕਵਰੀ ਕਰਾਂਗੇ। ਕਹਿੰਦੇ ਇਹ ਮੈਨੂੰ ਬੜੀ ਹਾਸੋਹੀਣੀ ਜੀ ਸਟੇਟਮੈਂਟ ਲੱਗਦੀ ਆ। ਮੇਰਾ ਖਿਆਲ ਹੈ ਕਿ ਜਾਂ ਤਾਂ ਆਫੀਸਰ ਇਹਨਾਂ ਨੂੰ ਦੱਸਦੇ ਨਹੀਂਗੇ, ਅਤੇ ਜਿਹੜੇ ਆਫੀਸਰ ਇਹਨਾਂ ਦੇ ਨਾਲ ਇਸ ਵੇਲੇ ਟੌਪ ਅਹੁਦਿਆਂ 'ਤੇ ਬੈਠੇ ਨੇ ਉਹ ਆਪ ਫਾਈਨਾਂਸ ਸੈਕਟਰੀ ਰਹੇ ਨੇ। ਅਤੇ ਇਹੋ ਜਿਹੀ ਗੱਲ ਦੱਸਣ ਤੋਂ ਪਹਿਲਾਂ ਰਿਕਵਰੀ ਕਰਾਂਗੇ, ਮੈਨੂੰ ਤਾਂ ਬਚਕਾਨਾ ਜੀ ਲੱਗਦੀ ਆ। ਔਰ ਮੈਨੂੰ ਤਾਂ ਆਪ ਬੜੀ ਹੈਰਾਨਗੀ ਹੈ ਕਿ ਕਿਹੋ ਜਿਹੀਆਂ ਸਟੇਟਮੈਂਟਾਂ ਦੇਈ ਜਾ ਰਹੇ ਨੇ ਕਿ ਜਿਹੜੀਆਂ ਇਹ ਗੱਲਾਂ ਕਰ ਰਹੇ ਨੇ। ਅਤੇ ਮੈਨੂੰ ਤਾਂ ਕਦੀ ਜਿਹੜਾ ਬੈਂਕ ਜਾਂ ਕੋਈ ਲੋਨ ਸਟੇਟ ਗੌਰਮੈਂਟ ਲੈਂਦੀ ਆ, ਉਹ ਗੌਰਮੈਂਟ ਆਫ ਇੰਡੀਆ ਕੋਲ ਕਰਦੀ ਆ, ਉਹਦੇ 'ਚ RBI ਵੀ ਆਉਂਦੀ ਆ, ਉਹਦੇ 'ਚ ਵਰਲਡ ਬੈਂਕ ਕੋਲੋਂ ਵੀ ਅਸੀਂ ਕਰਜ਼ੇ ਲਏ ਨੇ, ਉਹਦੇ ਤੋਂ ਹੋਰਨਾਂ ਬੈਂਕਾਂ ਤੋਂ ਵੀ ਲਏ ਨੇ। ਅਤੇ ਬੈਂਕ ਏਡੇ ਤਾਂ ਨਹੀਂ ਕਿ ਬਿਨਾਂ ਕਿਸੇ ਗੱਲ ਤੋਂ ਦੇ ਦੇਣਗੇ ਅਤੇ ਬਿਨਾਂ ਕਿਸੇ ਗੱਲ ਤੋਂ ਉਹ ਕਰ ਦੇਣਗੇ। ਇਹ ਜਿਹੜੀਆਂ ਚੀਜ਼ਾਂ ਨੇ ਰਿਕਵਰੀ ਕਰਨੀ, ਇਹ ਵਾਕਈ ਇਹਨਾਂ ਨੂੰ ਵੈਲਕਮ ਕਰਦਾ। ਅਤੇ ਜੇ ਇਹਨਾਂ ਨੇ ਰਿਕਵਰੀ ਕਰਨੀ ਆ, ਮੈਂ ਥੋੜ੍ਹਾ ਜਿਹਾ ਹੋਰ ਇੱਕ ਚਾਨਣਾ ਪਾ ਦੇਣਾ ਚਾਹੁੰਦਾ ਕਿ ਮਾਰਕਫੈਡ ਦੇ ਵਿੱਚ ਜਿਹੜੀ ਇਹ ਗੱਲ ਕਰਦੇ ਨੇ ਕਿ ਮਾਰਕਫੈਡ ਦੀ ਜੇ ਆਪਾਂ ਲੈ ਲਈਏ ਗੱਲ, ਮੇਰੇ ਕੋਲ ਜਦੋਂ ਮਾਰਕਫੈਡ ਵੀ ਆਇਆ ਅਤੇ ਉਹਦੇ 'ਚ ਜਿਹੜੀਆਂ ਵਿਕਰਮ ਜਿਹੜੀ ਚੀਜ਼ ਬਿਨਾਂ ਗੱਲ ਤੋਂ ਕਰ ਦੇਣੀ ਔਰ ਉਹਨੂੰ ਬਿਨਾਂ ਸੋਚੇ ਸਮਝੇ ਕਰ ਦੇਣੀ, ਮੇਰਾ ਖਿਆਲ ਹੈ ਕਿ ਜਿਹੜੇ ਆਫੀਸਰ ਹੈ ਇਹਨਾਂ ਨੂੰ ਵੀ ਚਾਹੀਦਾ ਕਿ ਇਹਨਾਂ ਨੂੰ ਮਿਸਗਾਈਡ ਨਾ ਕਰਨ, ਇਹਨਾਂ ਨੂੰ ਪਹਿਲੋਂ ਬਰੀਫਿੰਗ ਕਰ ਦੇਣ ਕਿ ਆਹ ਜਿਹੜੀ ਗੱਲ ਆ ਇਹਨੂੰ ਇਹ ਕਰਾਂਗੇ ਤਾਂ ਤਾਂ ਠੀਕ ਹੋਏਗੀ, ਅਦਰਵਾਈਜ਼ ਇਹ ਬੈਕਫਾਇਰ ਵੀ ਕਰੇਗੀ। ਮੈਂ ਇਹਦੇ 'ਚ ਤੁਹਾਨੂੰ ਇੱਕ ਕੱਢ ਕੇ ਦੱਸਦਾ ਕਿ ਜਿਹੜੀ ਹੁਣੇ ਇਹਨਾਂ ਦੀ ਜਾਣਕਾਰੀ ਲਈ ਇਹ ਵੀ ਕੱਲ੍ਹ ਨੂੰ ਕਹਿਣਗੇ, ਅਤੇ ਮੈਂ ਅੱਜ ਹੀ ਕਹਿ ਦਿੰਦਾ। ਮੈਂ ਆ ਕੈਮਰੇ ਦੇ ਵਿੱਚ ਚਾਹੂੰਗਾ ਮਨਪ੍ਰੀਤ ਆਹ ਤਸਵੀਰ ਵੀ ਦਿਖਾ ਦਿਓ, ਔਰ ਰੰਧਾਵਾ ਸਾਹਿਬ ਨਾਲ ਬਰੀਫ ਵੀ ਕਰ ਦੇਣਗੇ ਕਿ ਡਾਕੂਮੈਂਟੇਸ਼ਨ ਦਿਖਾ ਰਹੇ ਨੇ ਮਾਰਕਫੈਡ ਦੀ। ਦਾਂਗਾ ਤੁਹਾਨੂੰ, ਮੈਂ WhatsApp ਕਰ ਦਾਂਗਾ ਡਿਟੇਲ ਆਫ ਮਾਰਕਫੈਡ ਬੋਰੋਇੰਗਸ ਕਿ CC ਲਿਮਿਟ ਹੈ। ਤੁਹਾਨੂੰ ਪਤਾ CC ਲਿਮਿਟ ਸਾਰਿਆਂ ਨੂੰ ਪਤਾ ਕਿ ਸਾਨੂੰ 31/3/2018 ਮੈਂ ਅਪ੍ਰੈਲ ਦੇ ਵਿੱਚ ਮਿਨਿਸਟਰ ਬਣਿਆ।
31/3/2018 ਨੂੰ ਜਿਹੜੀ ਸੀਸੀ ਲਿਮਟ ਜਿਹੜੀ ਅਸੀਂ ਬੈਂਕ ਕੋਲ ਲੈ ਕੇ ਤੇ ਅਵੇਲ ਕੀਤੀ ਹੁੰਦੀ ਹੈ 809 ਕਰੋੜ ਰੁਪਏ ਸੀਗੀ। ਮੈਂ ਇਸੇ ਨੂੰ ਸੀਸੀ ਲਿਮਟ ਜਿਹੜੀ 31/3/2019 ਇੱਕ ਸਾਲ ਦਾ ਮੈਂ ਤੁਹਾਨੂੰ ਆਪਣਾ ਹਿਸਾਬ ਦੇ ਰਿਹਾ, ਜਿੱਦਣ ਮੈਂ ਟੇਕ ਓਵਰ ਕੀਤਾ ਉਦੋਂ 732 ਕਰੋੜ ਰਹਿ ਗਈ। ਫਿਰ ਸੀਸੀ ਲਿਮਟ ਆਊਟਸਟੈਂਡਿੰਗ ਐਜ਼ ਔਨ 31/3/2020 720 ਕਰੋੜ ਰਹਿ ਗਈ। ਫਿਰ ਸੀਸੀ ਲਿਮਟ ਆਊਟਸਟੈਂਡਿੰਗ ਹੁਣ 31/3/2020 ਕਿਉਂਕਿ ਇਫੈਕਟਸ ਜਿਹੜੇ ਨੇ ਉਹ ਦੋ ਸਾਲ 2.5 ਸਾਲ ਬਾਅਦ ਆਉਣੇ ਸ਼ੁਰੂ ਹੁੰਦੇ ਨੇ 321 ਕਰੋੜ ਰਹਿ ਗਈ। ਅਤੇ ਅੱਜ ਜਦੋਂ ਇਹ ਸ਼੍ਰੀਮਾਨ ਜੀ ਜਦੋਂ ਅਜੇ ਇਹਨਾਂ ਨੂੰ 14 ਦਿਨ ਮਿਨਿਸਟਰ ਬਣੇ ਨੂੰ ਹੋਏ ਸੀ ਅਤੇ ਮੇਰੇ ਖਿਆਲ ਡਿਪਾਰਟਮੈਂਟ ਵੀ 5-6 ਦਿਨ 'ਤੇ ਆਏ ਨਹੀਂ, ਮੇਰੇ ਖਿਆਲ 10 ਕੁ ਦਿਨ ਬਾਅਦ ਇਹ 31/3/2022 ਨੂੰ 0% ਰਹਿ ਗਈ ਆ, ਉਹਦੇ ਵਿੱਚ ਆ ਗਈ ਆ। ਇਹ ਵੀ ਹੁਣ ਕਹਿਣਗੇ ਕਿ ਜਿਹੜੀਆਂ ਸਰਕਾਰਾਂ ਸੀਗੀਆਂ ਉਹ ਗਲਤ ਕਰਦੀਆਂ ਰਹੀਆਂ ਨੇ। ਮੈਂ ਚੀਮਾ ਸਾਹਿਬ ਡਾਕੂਮੈਂਟਸ ਦੇਖ ਲਿਆ ਕਰੋ ਔਰ ਕਿਸੇ 'ਤੇ ਐਲੀਗੇਸ਼ਨ ਲਾਉਣ ਤੋਂ ਪਹਿਲਾਂ ਆਪਣੀ ਪੀੜੀ ਥੱਲੇ ਜ਼ਰੂਰ ਸੋਟਾ ਫੇਰ ਲਿਓ। ਠੀਕ ਹੈ ਸਾਹਿਬ, ਬਹੁਤ ਸ਼ੁਕਰੀਆ। ਸੋ ਸੁਖਜਿੰਦਰ ਸਿੰਘ ਰੰਧਾਵਾ ਸਾਡੇ ਨਾਲ ਸਨ, ਹਰ ਮਸਲੇ ਤੇ ਖੁੱਲ੍ਹ ਕੇ ਬੋਲਦੇ ਨੇ, ਅੱਜ ਵੀ ਖੁੱਲ੍ਹ ਕੇ ਗੱਲਾਂ ਕੀਤੀਆਂ ਨੇ ਸੁਖਜਿੰਦਰ ਸਿੰਘ ਰੰਧਾਵਾ ਹੁਣਾਂ ਨੇ ਭਗਵੰਤ ਮਾਨ ਦੀ ਸਰਕਾਰ ਤੇ ਵੀ ਨਿਸ਼ਾਨੇ ਲਾਏ ਨੇ ਤੇ ਨਾਲ ਹੀ ਲੋਕਾਂ ਨੂੰ ਗੁੰਮਰਾਹ ਕਰਨ ਦੀ ਗੱਲ ਕਹੀ ਹੈ ਕਿ ਲੋਕਾਂ ਨੂੰ ਸਰਕਾਰ ਗੁੰਮਰਾਹ ਕਰ ਰਹੀ ਹੈ ਤੇ ਕਾਂਗਰਸ ਦੇ ਕ੍ਰਾਈਸਿਸ ਤੇ ਵੀ ਬੋਲ ਰਹੇ ਨੇ ਕਿ ਬਦਜ਼ੁਬਾਨੀ ਨੇ ਕਾਂਗਰਸ ਨੂੰ ਹਰਾਇਆ, ਲੋਕਾਂ ਨੇ ਨਹੀਂ ਹਰਾਇਆ ਔਰ ਇਹ ਕਾਂਗਰਸ ਦੀ ਜੋ ਆਪਸੀ ਕਲੇਸ਼ ਸੀਗਾ ਇਸ ਕਰਕੇ ਵੱਡਾ ਨੁਕਸਾਨ ਹੋਇਆ ਔਰ ਨਵੇਂ ਪ੍ਰਧਾਨ ਦਾ ਸਵਾਗਤ ਕਰਦੇ ਹਾਂ ਕਹਿੰਦੇ ਤੇ ਨਵੀਂ ਟੀਮ ਦਾ ਹਰ ਤਰੀਕੇ ਨਾਲ ਸਪੋਰਟ ਕਰਾਂਗੇ। ਕੈਮਰਾ ਪਰਸਨ ਮਨਪ੍ਰੀਤ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ ਟੀਵੀ, ਚੰਡੀਗੜ੍ਹ।